ਨਮਸਕਾਰ, ਸਤਿ ਸ਼੍ਰੀ ਅਕਾਲ ਦੋਸਤੋ। ਰੇਡੀਓ ਖੁਸ਼ੀ 90.4 FM ਤੇ ਤੁਹਾਡਾ ਸਵਾਗਤ। ਮੈਂ ਹਾਂ ਤੁਹਾਡਾ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਤੇ ਦੋਸਤੋ ਰੇਡੀਓ ਖੁਸ਼ੀ 90.4 FM ਤੇ ਆ ਗਿਆ ਲੈ ਕੇ ਤੁਹਾਡਾ ਫੇਵਰੇਟ ਪ੍ਰੋਗਰਾਮ ਜੀਵਨ ਜਾਚ। ਤੇ ਜੀਵਨ ਜਾਚ ਪ੍ਰੋਗਰਾਮ ਦੇ ਵਿੱਚ ਸਾਡਾ ਜਿਹੜੇ ਹੈ ਉਹ ਹਮੇਸ਼ਾ ਹੀ ਕੋਈ ਨਾ ਕੋਈ ਨਵੇਂ ਤੋਂ ਨਵਾਂ ਤੇ ਸਮਾਜ ਦੇ ਨਾਲ ਸਰੋਕਾਰ ਰੱਖਣ ਵਾਲਾ ਅਸੀਂ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ। ਤੇ ਫਿਰ ਮੈਂ ਆ ਗਿਆ ਇੱਕ ਬਹੁਤ ਹੀ ਅਹਿਮ ਵਿਸ਼ਾ ਲੈ ਕੇ ਤੁਹਾਡੇ ਲਈ। ਅੱਜ ਦਾ ਸਾਡਾ ਵਿਸ਼ਾ ਹੈ ਬਜ਼ੁਰਗਾਂ ਦੀ ਮਹਾਨਤਾ ਤੇ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ। ਇਸ ਤੁਸੀਂ ਪ੍ਰੋਗਰਾਮ ਦੇ ਵਿੱਚ ਦੋਸਤੋ ਕਮੈਂਟਸ ਦੇ ਦੁਆਰਾ ਵੀ ਤੇ ਫੋਨ ਕਾਲ ਦੇ ਦੁਆਰਾ ਵੀ ਸਾਡੇ ਨਾਲ ਸਾਂਝ ਪਾ ਸਕਦੇ ਹੋ ਤੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋਸ਼ਲ ਮੀਡੀਆ 'ਤੇ ਜੋ ਸਾਡੀਆਂ ਪੋਸਟ ਹੈ ਉਹਨਾਂ ਨੂੰ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ, ਸਾਡੇ ਪੇਜ ਨੂੰ ਫੋਲੋ ਤੇ ਲਾਈਕ ਵੀ ਕਰ ਸਕਦੇ ਹੋ ਤਾਂ ਕਿ ਚੰਗਾ ਸਮਾਜ ਜਿਉਣ ਦੇ ਵਾਸਤੇ ਜਿਹੜੀਆਂ ਸਾਡੀਆਂ ਕੋਸ਼ਿਸ਼ਾਂ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕਣ। ਤੇ ਦੋਸਤੋ ਇੱਕ ਚੀਜ਼ ਨਾ ਮੈਂ ਆਮ ਹੀ ਅਕਸਰ ਸੁਣਦਾ ਰਹਿੰਦਾ ਕਿ ਜਿਸ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ ਨਾ ਉਹਨਾਂ ਨੂੰ ਕਿਸੇ ਹੋਰ ਰੱਬ ਦੀ ਕਿਸੇ ਧਰਮ ਸਥਾਨ ਦੀ ਜ਼ਰੂਰਤ ਹੀ ਨਹੀਂ ਹੁੰਦੀ, ਕਿਉਂਕਿ ਜੋ ਸਭ ਤੋਂ ਵੱਡਾ ਰੱਬ ਹੈ ਮੈਂ ਕਹਿੰਦਾ ਕਿ ਉਹ ਸਾਡੇ ਮਾਤਾ ਪਿਤਾ, ਸਾਡੇ ਦਾਦਾ ਦਾਦੀ, ਸਾਡੇ ਨਾਨਾ ਨਾਨੀ ਹੈ। ਪਰ ਅੱਜ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਬਾਹਰ ਤੇ ਟਰਾਲੀਆਂ ਟਰੱਕ ਭਰ ਭਰ ਕੇ ਦੂਸਰੇ ਧਰਮ ਸਥਾਨਾਂ 'ਤੇ ਜਾ ਰਹੇ ਹਾਂ। ਉਸ ਰੱਬ ਦੇ ਅੱਗੇ ਤਾਂ ਮੱਥੇ ਰਗੜ ਰਹੇ ਹਾਂ ਜੋ ਪੱਥਰਾਂ ਦਾ ਬਣਿਆ ਹੋਇਆ ਹੈ ਜਾਂ ਜੋ ਹੈ ਹੀ ਨਹੀਂ ਜਾਂ ਕਿਸੇ ਨੇ ਦੇਖਿਆ ਹੀ ਨਹੀਂ, ਜਿਸ ਦਾ ਕੋਈ ਪਤਾ ਹੀ ਨਹੀਂ ਕਿ ਉਹ ਰੱਬ ਕਿੱਥੇ ਹੈ ਤੇ ਕਿੱਥੇ ਨਹੀਂ। ਪਰ ਜਿਹੜਾ ਰੱਬ ਸਾਡੇ ਘਰ ਹੈ, ਨਾਨਾ ਨਾਨੀ, ਦਾਦਾ ਦਾਦੀ, ਸਾਡੇ ਮਾਤਾ ਪਿਤਾ, ਜਿਨ੍ਹਾਂ ਨੇ ਅਨੇਕਾਂ ਦੁੱਖ ਝੱਲ ਕੇ ਅਨੇਕਾਂ ਤਕਲੀਫਾਂ ਸਹਾਰ ਕੇ ਸਾਨੂੰ ਪਾਲਿਆ, ਸਾਨੂੰ ਵੱਡਾ ਕੀਤਾ, ਸਾਡੀ ਹਰ ਛੋਟੀ ਤੋਂ ਛੋਟੀ ਮੁਸ਼ਕਲ ਜਿਨ੍ਹਾਂ ਨੇ ਝੱਲੀ, ਉਹਨਾਂ ਦੀ ਅਸੀਂ ਬੇਕਦਰੀ ਕਰਦੇ ਰਹਿੰਦੇ ਹਾਂ। ਔਰ ਇਹੀ ਸਾਡੀ ਸਭ ਤੋਂ ਵੱਡੀ ਬਦਕਿਸਮਤੀ ਹੈ, ਕਿਉਂਕਿ ਮੈਂ ਇੱਕ ਦਿਨ ਇੱਕ ਚੀਜ਼ ਪੜ੍ਹ ਰਿਹਾ ਸੀਗਾ, ਕਹਿੰਦੇ ਹੈ ਕਿ ਜਿਹੜੇ ਘਰ ਦੇ ਵਿੱਚ ਬਜ਼ੁਰਗ ਖੁਸ਼ ਰਹਿੰਦੇ ਆ ਨਾ ਉਸ ਘਰ ਵਰਗਾ ਕਿਤੇ ਹੋਰ ਕੋਈ ਦੂਸਰਾ ਨਾ ਧਰਮ ਸਥਾਨ ਹੈ ਤੇ ਨਾ ਸਵਰਗ ਹੈ। ਔਰ ਜਿਹੜਾ ਮਨੁੱਖ ਆਪਣੇ ਬਜ਼ੁਰਗਾਂ ਨੂੰ ਖੁਸ਼ ਰੱਖਦਾ ਹੈ ਨਾ, ਸਮਝ ਲੈਣਾ ਕਿ ਉਸ ਤੋਂ ਜ਼ਿਆਦਾ ਵੱਡਾ ਧਰਮੀ ਇਸ ਦੁਨੀਆ 'ਤੇ ਹੋਰ ਕੋਈ ਹੋ ਹੀ ਨਹੀਂ ਸਕਦਾ। ਪਰ ਜਿਹੜਾ ਇਨਸਾਨ ਆਪਣੇ ਬਜ਼ੁਰਗਾਂ ਦੀ ਬੇਕਦਰੀ ਕਰਦਾ ਹੈ, ਉਹਨਾਂ ਦੀ ਬੇਇੱਜ਼ਤੀ ਕਰਦਾ ਹੈ, ਉਹਨਾਂ ਨੂੰ ਦੁਖੀ ਕਰਦਾ ਹੈ, ਉਹਨਾਂ ਨੂੰ ਖਰਚੇ ਨਹੀਂ ਦਿੰਦਾ, ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਪਰੇਸ਼ਾਨ ਕਰਦਾ ਹੈ, ਉਸ ਬੰਦੇ ਤੋਂ ਵੱਡਾ ਪਾਪੀ ਇਸ ਦੁਨੀਆ 'ਤੇ ਹੋਰ ਕੋਈ ਲੱਭਣਾ ਬੜਾ ਮੁਸ਼ਕਲ ਹੈ। ਕਿਉਂਕਿ ਬਜ਼ੁਰਗ ਹੈ ਜਿਹੜੇ ਇਹ ਸਾਡਾ ਸਭ ਤੋਂ ਵੱਡਾ ਧਰੋਹਰ ਹੀ ਨਹੀਂ। ਇੱਕ ਗੱਲ ਇਹ ਸਾਨੂੰ ਕਦੇ ਨਹੀਂ ਭੁੱਲਣੀ ਚਾਹੀਦੀ ਕਿ ਉਹ ਦਿਨ ਦੂਰ ਨਹੀਂ ਜਿਸ ਦਿਨ ਅਸੀਂ ਵੀ ਬਜ਼ੁਰਗ ਹੋਵਾਂਗੇ। ਔਰ ਮੈਂ ਇੱਥੇ ਇਹ ਗੱਲ ਦੱਸ ਦੇਣੀ ਚਾਹੁੰਦਾ ਹੈ ਕਿ ਜਿੰਨੀਆਂ ਸਿਹਤ ਸਹੂਲਤਾਂ ਵਧੀਆਂ ਨੇ ਸਾਡੇ ਸਮਾਜ ਦੇ ਵਿੱਚ ਉਨੀ ਬਜ਼ੁਰਗਾਂ ਦੀ ਗਿਣਤੀ ਵੀ ਵਧੀ ਹੈ। ਕਿਉਂਕਿ ਇੱਕ ਸਮਾਂ ਇਹੋ ਜਿਹਾ ਹੁੰਦਾ ਹੈ ਕਿ ਲੋਕ 50 ਸਾਲ ਦੀ ਉਮਰ ਤੋਂ ਪਹਿਲਾਂ ਹੀ ਇਸ ਧਰਤੀ ਤੋਂ ਉੱਠ ਜਾਂਦੇ ਸੀ, ਤੁਰ ਜਾਂਦੇ ਸੀ, ਉਹ ਬੁਢਾਪਾ ਕਦੇ ਝੱਲਦੇ ਹੀ ਨਹੀਂ ਸੀ। ਪਰ ਅੱਜ ਦੇ ਜ਼ਮਾਨੇ ਦੇ ਵਿੱਚ 70 ਸਾਲ ਦੀ ਉਮਰ ਇੱਕ ਸਧਾਰਨ ਜੀ ਗੱਲ ਹੈ। 70 ਸਾਲ ਤਾਈਂ ਜਿਉਣਾ ਕੋਈ ਬਹੁਤ ਵੱਡੀ ਗੱਲ ਨਹੀਂ, ਕਿਉਂਕਿ ਪਹਿਲੇ ਛੋਟੀਆਂ ਛੋਟੀਆਂ ਬਿਮਾਰੀਆਂ ਹੀ ਬੰਦੇ ਨੂੰ ਨਾਲ ਲੈ ਜਾਂਦੀਆਂ ਸੀ। ਪਰ ਹੁਣ ਇਹ ਹੈ ਕਿ ਹਰ ਬਿਮਾਰੀ ਦਾ ਲਗਭਗ ਇਲਾਜ ਆ ਗਿਆ ਹੈ। ਇਸ ਕਾਰਨ ਹੈ ਜਿਹੜਾ ਉਹ ਉਮਰ ਲੰਬੀ ਹੋਈ ਹੈ। ਹੁਣ 70 ਸਾਲ ਤੋਂ ਵੱਧ ਦੀ ਉਮਰ ਦੇ ਬਜ਼ੁਰਗ ਆਮ ਹੀ ਦੇਖੇ ਜਾਂਦੇ ਆ। ਉਸ ਤੋਂ ਅੱਗੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਮੈਂ ਇਹ ਵੀ ਸੁਣ ਰਿਹਾ ਕਿ ਲਗਭਗ 2050 ਤੱਕ, ਅੱਜ ਤੋਂ 25-26 ਸਾਲ ਬਾਅਦ ਤੱਕ ਜਿਹੜੀ ਹੈ ਆਮ ਹੀ ਉਮਰ 80-90 ਸਾਲ ਦੀ ਜਿਹੜੀ ਉਹ ਮਿਲਿਆ ਕਰੇਗੀ, ਕਿਉਂਕਿ ਮੈਡੀਕਲ ਸਹੂਲਤਾਂ 'ਚ ਦਿਨੋਂ ਦਿਨ ਸੁਧਾਰ ਹੋ ਰਿਹਾ ਹੈ। ਜਿੰਨਾ ਇਹਦੇ ਸੁਧਾਰ ਹੋ ਰਿਹਾ ਹੈ ਓਨਾ ਹੀ ਬਿਮਾਰੀਆਂ 'ਤੇ ਕਾਬੂ ਪਾਉਣ ਦੇ ਵਿੱਚ ਅਸੀਂ ਜ਼ਿਆਦਾ ਸਮਰੱਥ ਹੋ ਰਹੇ ਹਾਂ। ਲੋਕਾਂ ਦੇ ਅੰਦਰ ਸਿਹਤ ਪ੍ਰਤੀ ਅਵੇਅਰਨੈਸ ਵੀ ਵੱਧ ਰਹੀ ਹੈ। ਇਸ ਕਾਰਨ ਆਉਣ ਵਾਲੇ ਸਮੇਂ 'ਚ ਇਹ ਉਮਰ ਹੋਰ ਵਧਣੀ ਹੈ। ਦੂਸਰੀ ਗੱਲ ਇਹ ਹੈ ਕਿ ਜਿਸ ਤਰ੍ਹਾਂ ਜਦ ਅਸੀਂ ਬੱਚੇ ਹੁੰਦੇ ਸੀ ਤੇ ਉਦੋਂ ਸਾਨੂੰ ਨਹੀਂ ਪਤਾ ਹੁੰਦਾ ਸੀ ਜਵਾਨੀ ਕੀ ਹੁੰਦੀ ਹੈ। ਜਦੋਂ ਅਸੀਂ ਜਵਾਨ ਹੋ ਗਏ ਤੇ ਅਜੇ ਸਾਨੂੰ ਇਹ ਅਹਿਸਾਸ ਨਹੀਂ ਕਿ ਬੁਢਾਪਾ ਕੀ ਹੁੰਦਾ ਹੈ। ਔਰ ਇਹ ਗੱਲ ਯਾਦ ਰੱਖਿਓ ਜੀ ਕਿ ਬੁਢਾਪਾ ਹਰ ਇੱਕ 'ਤੇ ਆਉਣਾ ਹੈ। ਅੱਜ ਜਿਸ ਤਰ੍ਹਾਂ ਦਾ ਵਿਹਾਰ ਅਸੀਂ ਆਪਣੇ ਬਜ਼ੁਰਗਾਂ ਦੇ ਨਾਲ ਕਰ ਰਹੇ ਹਾਂ ਉਸੇ ਤਰ੍ਹਾਂ ਦਾ ਹੀ ਵਿਹਾਰ ਕੱਲ੍ਹ ਨੂੰ ਸਾਡੇ
ਬੱਚਿਆਂ ਨੇ ਸਾਡੇ ਨਾਲ ਕਰਨਾ ਹੈ। ਇਹ ਗੱਲ ਕਦੇ ਨਾ ਭੁੱਲਿਓ। ਹਾਂ, ਸਾਡਾ ਦਿਮਾਗ ਬਹੁਤ ਚਲਾਕ ਹੈ। ਸਾਡਾ ਦਿਮਾਗ ਜਦੋਂ ਕੋਈ ਮਰ ਜਾਂਦਾ ਨਾ, ਉਹਨੂੰ ਜਦ ਅਸੀਂ ਸਾੜਨ ਦੇ ਵਾਸਤੇ ਉਹਦੇ ਸੰਸਕਾਰ ਲਈ ਜਾਂਦੇ ਹਾਂ, ਉਦੋਂ ਸਾਡਾ ਦਿਮਾਗ ਇਹ ਕਹਿ ਰਿਹਾ ਹੁੰਦਾ ਹੈ ਇਹੋ ਹੀ ਮਰਿਆ, ਅਸੀਂ ਥੋੜ੍ਹਾ ਕੋਈ ਮਰਨਾ ਹੈ। ਬਟ ਇਹ ਚੀਜ਼ ਬਿਲਕੁਲ ਅਟੱਲ ਸੱਚਾਈ ਹੈ ਕਿ ਅਸੀਂ ਬੱਚੇ ਸੀ ਅਤੇ ਬੱਚੇ ਤੋਂ ਜਵਾਨ ਹੋਏ ਸੀ, ਜਵਾਨ ਤੋਂ ਬਾਅਦ ਅਸੀਂ ਬੁੱਢੇ ਵੀ ਹੋਣਾ ਅਤੇ ਬੁੱਢਿਆਂ ਤੋਂ ਬਾਅਦ ਅਸੀਂ ਮਰਨਾ ਵੀ ਹੈ। ਪਰ ਮਰ ਜਾਣਾ ਤਾਂ ਇੱਕ ਅੱਡ ਚੀਜ਼ ਹੈ। ਸਮਝ ਲਓ ਕਿ ਸਭ ਚੀਜ਼ਾਂ ਤੋਂ ਛੁਟਕਾਰਾ ਹੋ ਗਿਆ। ਪਰੰਤੂ ਉਮਰ ਦਾ ਜਿਹੜਾ ਆਖਰੀ ਪੜਾਅ ਹੈ ਨਾ, ਬੁਢਾਪਾ, ਇਹ ਸਭ ਕਿਸੇ 'ਤੇ ਆਉਣਾ ਹੈ। ਔਰ ਇੱਕ ਗੱਲ ਇਹ ਵੀ ਯਾਦ ਰੱਖਿਓ ਜੀ, ਬਚਪਨ ਆਉਂਦਾ ਹੈ, ਚਲਾ ਜਾਂਦਾ ਹੈ, ਜਵਾਨੀ ਆਉਂਦੀ ਹੈ, ਚਲੀ ਜਾਂਦੀ ਹੈ, ਬਟ ਬੁਢਾਪਾ ਆਉਂਦਾ ਹੈ ਅਤੇ ਜਾਂਦਾ ਨਹੀਂ ਹੈ। ਬੁਢਾਪਾ ਆਉਂਦਾ ਹੈ ਅਤੇ ਅਨੇਕਾਂ ਸਮੱਸਿਆਵਾਂ ਨਾਲ ਲੈ ਕੇ ਵੀ ਆਉਂਦਾ ਹੈ। ਬੁਢਾਪਾ ਜਦੋਂ ਜਾਂਦਾ ਹੈ ਤਾਂ ਇਹ ਬੰਦੇ ਨੂੰ ਨਾਲ ਲੈ ਕੇ ਹੀ ਜਾਂਦਾ ਹੈ। ਇਸ ਵਾਸਤੇ ਬੁਢਾਪੇ ਦੇ ਬਾਰੇ 'ਚ ਸਾਨੂੰ ਚਿੰਤਤ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅੱਜ ਜੇ ਮੈਂ ਗੱਲ ਕਰਾਂ ਪੰਜਾਬ ਦੇ ਵਿੱਚ, ਤੇ ਥੋੜ੍ਹਾ ਜਿਹਾ ਚਿਰ ਪਹਿਲਾਂ ਇੱਕ ਪੰਜਾਬ ਦੇ ਜੱਜ ਨੂੰ ਹੀ 75 ਸਾਲ ਦੀ ਉਮਰ 'ਚ ਜਾ ਕੇ ਉਸੇ ਹੀ ਕੋਰਟ ਦੇ ਵਿੱਚ ਆਪਣੇ ਬੱਚਿਆਂ ਦੀ ਅਣਦੇਖੀ ਦਾ ਕੇਸ ਲਗਾਉਣਾ ਪਿਆ ਸੀ, ਜਿਹੜੀ ਕੋਰਟ ਦੇ ਵਿੱਚ ਕਦੇ ਉਹ ਖੁਦ ਫੈਸਲੇ ਸੁਣਾਉਂਦਾ ਹੁੰਦਾ ਸੀ। ਅਤੇ ਉਸਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਸੀ ਕਿ ਮੇਰੇ ਬੱਚੇ ਮੇਰੀ ਬਿਲਕੁਲ ਕੇਅਰ ਨਹੀਂ ਕਰ ਰਹੇ, ਮੇਰੇ ਬੱਚੇ ਆ ਜਿਹੜੇ ਮੈਨੂੰ ਕੁਝ ਵੀ ਪੁੱਛਦੇ ਨਹੀਂ ਆ, ਮੇਰੇ ਬੱਚੇ ਆ ਜਿਹੜੇ ਉਹ ਮੈਨੂੰ ਖਰਚੇ ਤੱਕ ਨਹੀਂ ਦਿੰਦੇ। ਕਾਫੀ ਚੀਜ਼ਾਂ ਆਈਆਂ ਸੀ ਔਰ ਉਹਦਾ ਕਹਿਣਾ ਇਹ ਸੀਗਾ ਕਿ ਕੁਛ ਐਸੀ ਚੀਜ਼ ਬਣਨੀ ਚਾਹੀਦੀ ਹੈ ਕਿ ਬੱਚਿਆਂ ਤੋਂ ਜਿਹੜਾ ਹੈ ਮਾਤਾ ਪਿਤਾ ਨੂੰ ਰਾਈਟਸ ਦਿਵਾਏ ਜਾਣ। ਕਿੰਨੀ ਸ਼ਰਮ ਦੀ ਗੱਲ ਹੈ ਸਾਡੇ ਦੇਸ਼ ਲਈ, ਜਿਹੜੇ ਦੇਸ਼ ਦੇ ਵਿੱਚ ਸਰਵਣ ਪੁੱਤ ਦੀ ਕਹਾਣੀ ਸੁਣਾਈ ਜਾਂਦੀ ਹੈ, ਸਾਰੇ ਸਕੂਲਾਂ 'ਚ ਪੜ੍ਹਾਈ ਵੀ ਜਾਂਦੀ ਹੈ ਵਿਸ਼ਿਆਂ 'ਚ ਅਲੱਗ-ਅਲੱਗ ਜਗ੍ਹਾ 'ਤੇ, ਔਰ ਇਹ ਦੱਸਿਆ ਜਾਂਦਾ ਹੈ ਕਿ ਭਾਰਤੀ ਸੱਭਿਆਚਾਰ ਹੈ ਜਿਹੜਾ ਉਹ ਆਪਣੇ ਬਜ਼ੁਰਗਾਂ ਦੇ ਵਾਸਤੇ ਬੜਾ ਖਾਸ ਅਹਿਮੀਅਤ ਰੱਖਦਾ ਹੈ। ਕਿ ਉਸੇ ਹੀ ਭਾਰਤ ਦੇ ਵਿੱਚ ਅੱਜ ਇੱਕ ਅਜਿਹਾ ਕਾਨੂੰਨ ਵੀ ਬਣਾਉਣਾ ਪੈ ਗਿਆ ਕਿ ਬਜ਼ੁਰਗਾਂ ਦੀ ਸੇਵਾ ਸੰਭਾਲ ਦੇ ਵਾਸਤੇ ਐਦੋਂ ਵੱਡੀ ਭਾਰਤੀਆਂ ਲਈ, ਅਤੇ ਖਾਸ ਕਰਕੇ ਮੈਂ ਗੱਲ ਕਰਾਂ ਤਾਂ ਪੰਜਾਬੀਆਂ ਲਈ, ਹੋਰ ਕੋਈ ਸ਼ਰਮ ਦੀ ਗੱਲ ਹੋ ਹੀ ਨਹੀਂ ਸਕਦੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਕਈ ਜਗ੍ਹਾ 'ਤੇ ਸਾਨੂੰ 70-70, 80-80 ਸਾਲ ਦੇ ਬਜ਼ੁਰਗ ਕੰਮ ਕਰਦੇ ਨਜ਼ਰ ਆ ਜਾਂਦੇ ਨੇ। ਔਰ ਇੱਥੋਂ ਇਹ ਪਤਾ ਚੱਲਦਾ ਹੈ ਕਿ ਜਦੋਂ ਇੱਕ 70-80 ਸਾਲ ਦਾ ਬਜ਼ੁਰਗ ਕੰਮ ਕਰ ਰਿਹਾ ਹੈ, ਲੇਬਰ ਕਰ ਰਿਹਾ ਹੈ, ਤਾਂ ਉਹਦੇ ਕਈ ਵਾਰ ਬੱਚੇ ਵੀ ਹੁੰਦੇ ਆ, ਪਰ ਉਹਦੇ ਬੱਚੇ ਉਸ ਨੂੰ ਸੰਭਾਲਦੇ ਨਹੀਂ ਆ। ਇਸ ਲਈ ਮੈਂ ਤਾਂ ਇਹ ਵੀ ਗੱਲ ਕਹਿਣੀ ਚਾਹਾਂਗਾ ਕਿ ਅੱਜ ਅਸੀਂ ਜੇ ਆਪਣੇ ਗੁਰਦੁਆਰਿਆਂ ਵੱਲ ਦੇਖੀਏ, ਪੰਜਾਬ ਦੇ ਵਿੱਚ ਕੋਈ ਵੀ ਅਜਿਹਾ ਪਿੰਡ ਨਹੀਂ ਹੋਵੇਗਾ ਜਿਹੜੇ ਪਿੰਡ ਦੇ ਵਿੱਚ ਘੱਟੋ ਘੱਟ 3 ਜਾਂ 4 ਜਾਂ 5 ਗੁਰਦੁਆਰੇ ਨਾ ਹੋਣ, ਕੁਛ ਵੱਡੇ ਕੁਝ ਛੋਟੇ। ਔਰ ਜੇ ਅਸੀਂ ਉਹਨਾਂ ਗੁਰਦੁਆਰਿਆਂ ਦੀ ਗੱਲ ਕੀਤੀ ਜਾਵੇ ਤਾਂ ਮੈਨੂੰ ਐਵੇਂ ਲੱਗਦਾ ਹੈ ਕਿ ਇੱਕ ਗੁਰਦੁਆਰੇ ਦੀ ਜੇ ਅਸੀਂ ਵੈਲਿਊ ਪਾਈਏ ਤਾਂ ਇੱਕ ਗੁਰਦੁਆਰਾ ਘੱਟੋ ਘੱਟ ਵੀ ਜਿਹੜਾ ਵਾ 10-15 ਲੱਖ ਦੀ ਵੈਲਿਊ ਪ੍ਰੋਪਰਟੀ 'ਤੇ ਰੱਖਦਾ ਹੀ ਹੋਵੇਗਾ। ਵੈਸੇ ਤਾਂ ਗੁਰਦੁਆਰੇ ਸਾਡੇ ਕਰੋੜਾਂ ਦੀ ਪ੍ਰੋਪਰਟੀ ਰੱਖਦੇ ਨੇ, ਅਤੇ ਕੀ ਉਹਨਾਂ ਗੁਰਦੁਆਰਿਆਂ ਇੰਨਿਆਂ ਦੇ ਵਿੱਚੋਂ ਅਸੀਂ ਇੱਕ ਗੁਰਦੁਆਰਾ ਐਸਾ ਨਹੀਂ ਬਣਾ ਸਕਦੇ ਕਿ ਜਿਹੜਾ ਗੁਰਦੁਆਰੇ ਦੇ ਨਾਲ ਜਿਹੜਾ ਬਜ਼ੁਰਗਾਂ ਨੂੰ ਸੰਭਾਲਣ ਵਾਲਾ ਹੋਵੇ, ਜਿਸ ਜਗ੍ਹਾ 'ਤੇ ਉਹਨਾਂ ਬਜ਼ੁਰਗਾਂ ਨੂੰ ਰੱਖਿਆ ਜਾਏ, ਉਹਨਾਂ ਦੀਆਂ ਸਿਹਤ ਦਾ ਧਿਆਨ ਰੱਖਿਆ ਜਾਏ। ਇਸੇ ਹੀ ਵਿਸ਼ੇ 'ਤੇ ਭਾਈ ਸ਼ਮਸ਼ੇਰ ਸਿੰਘ ਜੀ ਥਲ ਸਾਹਿਬ ਦੇਹਰਾਦੂਨ ਤੋਂ ਲਿਖਦੇ ਆ, ਬਹੁਤ ਹੀ ਵਧੀਆ, ਮਾਂ ਬਾਪ ਦੀ ਸੇਵਾ ਸਭ ਤੋਂ ਵੱਡਾ ਪੁੰਨ ਹੈ। ਆਪਣੇ ਬੱਚਿਆਂ ਸਾਹਮਣੇ ਮਾਂ ਬਾਪ ਨੂੰ ਦਿਲੋਂ ਵੱਧ ਸਤਿਕਾਰ ਪਿਆਰ ਕਰੋ ਤਾਂ ਹੀ ਪਿਆਰ ਮਿਲੇਗਾ। ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ, ਤਿੰਨ ਸਿਉ ਝਗਰਤ ਪਾਪ। ਬਹੁਤ ਹੀ ਵਧੀਆ ਭਾਈ ਸ਼ਮਸ਼ੇਰ ਸਿੰਘ ਜੀ, ਤੁਹਾਡੇ ਬਹੁਤ ਸੋਹਣੇ ਵਿਚਾਰ ਨੇ, ਅਤੇ ਅੱਜ ਅਜਿਹੇ ਵਿਚਾਰਾਂ ਦੀ ਹੀ ਜ਼ਰੂਰਤ ਹੈ, ਕਿਉਂਕਿ ਅਸੀਂ ਦੇਖਦੇ ਹਾਂ ਕਿ ਅਜੇ ਤੱਕ ਮੈਂ ਨਾ ਸਕੂਲ ਦੇ ਵਿੱਚ ਆਪਣੇ ਹੀ ਬੱਚਿਆਂ ਨੂੰ ਪੁੱਛਿਆ ਅੱਜ ਕਿ ਤੁਹਾਡੇ ਸਿਲੇਬਸ ਦੇ ਵਿੱਚ ਕੋਈ ਬਜ਼ੁਰਗਾਂ ਦੀਆਂ ਸਮੱਸਿਆਵਾਂ, ਬਜ਼ੁਰਗਾਂ ਦੇ ਸਤਿਕਾਰ ਦੇ ਨਾਲ ਸੰਬੰਧਿਤ ਕਿਸੇ ਕਿਤਾਬ ਦੇ ਵਿੱਚ ਕੋਈ ਚੈਪਟਰ ਹੈ, ਅਤੇ ਬੱਚਿਆਂ ਦਾ ਕਹਿਣਾ ਸੀ ਨਹੀਂ। ਅਤੇ ਮੈਂ ਕਹਿ ਰਿਹਾ ਸੀ ਇਹ ਕਿੰਨੀ ਮਤਲਬ ਕਿ ਦੁੱਖ ਦੀ ਗੱਲ ਹੈ ਕਿ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਦੀਆਂ ਮੁਸ਼ਕਲਾਂ ਕੀ ਨੇ, ਬਜ਼ੁਰਗਾਂ ਨੂੰ ਕਿਵੇਂ ਅਸੀਂ ਪੇਸ਼ ਆਉਣਾ ਹੈ, ਬਜ਼ੁਰਗਾਂ ਦੇ ਨਾਲ ਕਿਹੋ ਜਿਹੇ ਸੰਬੰਧ ਹੋਣੇ ਚਾਹੀਦੇ ਆ ਸਾਡੇ, ਇਸ ਸੰਬੰਧ ਵਿੱਚ ਕੋਈ ਕਿਤਾਬ ਹੈ ਜਿਹੜੀ ਕੁਝ ਬੋਲਦੀ ਹੀ ਨਹੀਂ ਪਈ। ਜਦ ਕਿ ਹਰ ਘਰ ਦੇ ਵਿੱਚ ਬਜ਼ੁਰਗ ਹੁੰਦੇ ਆ,
ਔਰ ਹਰ ਬੰਦੇ ਨੇ ਇੱਕ ਨਾ ਇੱਕ ਦਿਨ ਬਜ਼ੁਰਗ ਹੋਣਾ। ਜਿਵੇਂ ਹਰ ਬੱਚੇ ਨੇ ਜਵਾਨ ਹੋਣਾ ਹੁੰਦਾ ਹੈ, ਔਰ ਜਵਾਨ ਨੇ ਇੱਕ ਨਾ ਇੱਕ ਦਿਨ ਨੂੰ ਤੇ ਬੁੱਢੇ ਹੋਣਾ ਹੀ ਹੈ। ਔਰ ਜਿਹੜੀ ਚੀਜ਼ ਅਟੱਲ ਸਚਾਈ ਹੈ, ਔਰ ਮੌਤ ਤੋਂ ਪਹਿਲੀ ਸਚਾਈ ਇਹ ਹੈ, ਕਿਉਂਕਿ ਮੌਤ ਹੈ ਜਿਹੜੀ ਉਹ ਤੇ ਆਈ ਤੇ ਗੱਲ ਗਈ, ਉਦੋਂ ਬਾਅਦ ਤੇ ਕੁਛ ਨਹੀਂ ਹੈ, ਪਰ ਇਹਦੇ ਬਾਰੇ 'ਚ ਕਿਤੇ ਗੱਲ ਹੁੰਦੀ ਹੀ ਨਹੀਂ। ਤੇ ਥੈਂਕ ਯੂ ਭਾਈ ਸ਼ਮਸ਼ੇਰ ਸਿੰਘ ਜੀ, ਤੁਸੀਂ ਬਹੁਤ ਹੀ ਵਧੀਆ ਆਪਣਾ ਮੈਸੇਜ ਭੇਜਿਆ। ਤੇ ਹੋਰ ਵੀ ਜੋ ਇਸ ਵਿਸ਼ੇ ਤੇ ਤੁਸੀਂ ਕਹਿਣਾ ਚਾਹੁੰਦੇ ਹੋ, ਵੈਲਕਮ ਜੀ, ਕਹਿ ਸਕਦੇ ਹੋ, ਕਿਉਂਕਿ ਇਹ ਵਿਸ਼ਾ ਹੀ ਅੱਜ ਇਹੋ ਜਿਹਾ ਹੈ। ਔਰ ਮੈਂ ਇਹ ਸਾਰੇ ਹੀ ਸਾਡੇ ਲਿਸਨਰਸ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਜ਼ਰੂਰ ਆਪਣੇ ਆਪਣੇ ਵਿਚਾਰ ਸਾਡੇ ਨਾਲ ਇਸ ਪ੍ਰੋਗਰਾਮ 'ਚ ਸਾਂਝੇ ਕਰੋ, ਕਿਉਂਕਿ ਅੱਜ ਦਾ ਵਿਸ਼ਾ ਮੈਂ ਫਿਰ ਦੱਸ ਦੇਵਾਂ, ਬਜ਼ੁਰਗਾਂ ਦੀ ਮਹਾਨਤਾ ਤੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਦੇ ਨਾਲ ਸੰਬੰਧਿਤ ਹੈ। ਕਿਉਂਕਿ ਮੈਂ ਇੱਥੇ ਫਿਰ ਇੱਕ ਗੱਲ ਕਹਿ ਦੇਣੀ ਚਾਹੁੰਦਾ ਹਾਂ, ਔਰ ਬੜੀ ਦ੍ਰਿੜਤਾ ਦੇ ਨਾਲ ਕਹਿੰਦਾ ਹਾਂ ਕਿ ਜਿਹੜੇ ਘਰ ਦੇ ਵਿੱਚ ਬਜ਼ੁਰਗ ਹਨ, ਉਹਨੂੰ ਕਿਸੇ ਹੋਰ ਰੱਬ ਦੀ ਖੋਜ ਵਿੱਚ ਜਾਣ ਦੀ ਲੋੜ ਨਹੀਂ। ਜਿਹੜਾ ਬੰਦਾ ਆਪਣੇ ਘਰ ਦੇ ਵਿੱਚ ਆਪਣੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰ ਰਿਹਾ ਹੈ, ਜਿਸ ਨੇ ਆਪਣੇ ਬਜ਼ੁਰਗਾਂ ਨੂੰ ਖੁਸ਼ ਰੱਖਿਆ ਹੋਇਆ ਹੈ, ਉਹਨੂੰ ਕਿਸੇ ਵੀ ਧਰਮ ਸਥਾਨ 'ਤੇ ਜਾ ਕੇ ਸੇਵਾ ਕਰਨ ਦੀ, ਪਾਠ ਪੂਜਾ ਕਰਨ ਦੀ ਕੋਈ ਲੋੜ ਨਹੀਂ ਹੈ। ਕਿਉਂਕਿ ਪਾਠ ਪੂਜਾ ਬੰਦਗੀ ਇਹੋ ਜਿਹੀਆਂ ਚੀਜ਼ਾਂ ਤੇ ਸ਼ਾਇਦ ਤੁਹਾਨੂੰ ਪਤਾ ਨਹੀਂ ਕਿਤੇ ਪਹੁੰਚਾਉਣ ਜਾਂ ਨਾ ਪਹੁੰਚਾਉਣ, ਕਿਉਂਕਿ ਪਰ ਜੋ ਤੁਹਾਡੇ ਬਜ਼ੁਰਗਾਂ ਦੀ ਸੇਵਾ ਤੁਹਾਨੂੰ ਪਹੁੰਚਾਏਗੀ, ਜੋ ਇਹ ਸਮਾਜ ਦੇ ਵਾਸਤੇ ਚੰਗਾ ਕੰਮ ਹੋਵੇਗਾ, ਸ਼ਾਇਦ ਇਹ ਕੰਮ ਹੋਰ ਕਿਤੇੋਂ ਨਾ ਹੋਵੇ। ਕਿਉਂਕਿ ਅੱਜ ਸਾਡੇ ਘਰ 'ਚ ਰੱਬ ਵਰਗੇ ਜਦ ਬਜ਼ੁਰਗ ਬੈਠੇ ਆ। ਹਾਂ, ਹੁਣ ਮੈਂ ਇੱਕ ਹੋਰ ਵਿਸ਼ੇ ਦੇ ਵਿੱਚ ਇਹਦੇ ਨਾਲ ਨਾਲ ਇਸ 'ਤੇ ਵੀ ਆਉਣਾ ਚਾਹੁੰਦਾ ਹਾਂ ਕਿ ਸਾਡੇ ਨਾ ਜ਼ਿੰਦਗੀ ਦੇ ਵਿੱਚ ਦੋ ਚੀਜ਼ਾਂ ਇਕੱਠੀਆਂ ਆਉਂਦੀਆਂ। ਕੁਝ ਗੱਲਾਂ ਮੈਂ ਬਜ਼ੁਰਗਾਂ ਦੇ ਸੰਬੰਧ 'ਚ ਵੀ ਕਰ ਜਾਵਾਂ। ਇੱਕ ਹੁੰਦਾ ਹੈ ਬੁਢਾਪਾ ਅਤੇ ਇੱਕ ਹੁੰਦੀ ਹੈ ਬਜ਼ੁਰਗੀ। ਬੁਢਾਪੇ ਅਤੇ ਬਜ਼ੁਰਗੀ ਦੇ ਵਿੱਚ ਵੀ ਯਾਰ ਬਹੁਤ ਵੱਡਾ ਫਰਕ ਹੈ। ਕਈ ਵਾਰ ਉਹ ਸਾਨੂੰ ਫਰਕ ਸਮਝ ਆਉਂਦਾ ਹੀ ਨਹੀਂ। ਅਸੀਂ ਬੁੱਢਿਆਂ ਨੂੰ ਬਜ਼ੁਰਗ ਕਹਿ ਦਿੰਦੇ ਹਾਂ, ਜਦ ਕਿ ਬੁੱਢੇ ਹੋ ਜਾਣਾ ਹੋਰ ਚੀਜ਼ ਹੁੰਦੀ ਹੈ, ਬਜ਼ੁਰਗ ਹੋਣਾ ਹੋਰ ਚੀਜ਼ ਹੁੰਦੀ ਹੈ। ਕਿਉਂਕਿ ਬੁੱਢਾ ਤੇ ਉਹ ਇਨਸਾਨ ਹੁੰਦਾ ਜਿਹਦਾ ਸਰੀਰ ਕਮਜ਼ੋਰ ਹੋ ਜਾਵੇ, ਜਿਸ ਦੀ ਸੋਚਣ ਸ਼ਕਤੀ ਕਮਜ਼ੋਰ ਹੋ ਜਾਵੇ, ਜਿਹੜਾ ਡਿਪਰੈਸਡ ਹੋ ਜਾਵੇ, ਜਿਹੜਾ ਬੰਦਾ ਮਤਲਬ ਕਿ ਹੁਣ ਗੁੱਸਾ ਕਰਨ ਲੱਗ ਪਵੇ, ਚਿੜਚਿੜਾ ਹੋ ਜਾਵੇ, ਜਿਸ ਦਾ ਡਾਈਜੈਸ਼ਨ ਸਿਸਟਮ ਖਰਾਬ ਹੋ ਜਾਵੇ, ਜਿਸ ਦੀਆਂ ਅੱਖਾਂ ਖਰਾਬ ਹੋ ਜਾਣ, ਜਿਸ ਦੇ ਹੱਥ ਕੰਬਣ ਲੱਗ ਜਾਣ, ਪੈਰ ਲੜਖੜਾਉਣ ਲੱਗ ਜਾਣ, ਉਹਨੂੰ ਕਹਿੰਦੇ ਅਸੀਂ ਇਹ ਹੁਣ ਬੁੱਢਾ ਹੋ ਗਿਆ। ਬੁੱਢਾ ਹੋਣਾ ਹੋਰ ਚੀਜ਼ ਹੁੰਦੀ ਹੈ, ਬਜ਼ੁਰਗ ਹੋਣਾ ਹੋਰ ਚੀਜ਼ ਹੁੰਦੀ ਹੈ। ਬਜ਼ੁਰਗ ਦਾ ਮਤਲਬ ਇਹ ਹੈ ਉਹਦੇ ਅੰਦਰ ਗ੍ਰੇਟਨੈਸ ਆ ਗਈ ਹੈ, ਉਹਦੇ ਅੰਦਰ ਭਰਪੂਰ ਸ਼ਾਂਤੀ ਆ ਗਈ ਹੈ, ਉਹਦੇ ਅੰਦਰ ਹੁਣ ਨਿਮਰਤਾ ਬਹੁਤ ਆ ਗਈ ਹੈ। ਮੈਂ ਇੱਥੇ ਇੱਕ ਚੀਜ਼ ਕਹਿ ਦੇਵਾਂ, ਸਾਡੇ ਨਾ ਇੱਕ ਸਾਹਿਤਕਾਰ ਹੋਏ ਨੇ ਸਰਦਾਰ ਖੁਸ਼ਵੰਤ ਸਿੰਘ ਜੀ, ਉਹ ਬੁੱਢੇ ਤੇ ਹੋ ਗਏ ਸਨ ਪਰ ਬਜ਼ੁਰਗ ਨਹੀਂ ਹੋਏ ਸੀ। ਹੁਣ ਤੁਸੀਂ ਕਹੋਗੇ ਇਹ ਕਿਵੇਂ ਕਿ ਉਹ ਬੁੱਢੇ ਹੋ ਗਏ ਬਜ਼ੁਰਗ ਨਹੀਂ ਹੋਏ? ਉਹ ਬੁਢਾਪੇ ਦੇ ਵਿੱਚ ਜਾ ਕੇ ਵੀ ਇਸ਼ਕ ਮੁਸ਼ਕ, ਔਰਤਾਂ ਦੀਆਂ ਗੱਲਾਂ, ਸ਼ਰਾਬ ਦੀਆਂ ਗੱਲਾਂ, ਇਹੋ ਜਿਹੀਆਂ ਚੀਜ਼ਾਂ ਹੀ ਕਰਦੇ ਰਹਿੰਦੇ ਸਨ। ਔਰ ਮੇਰੇ ਖਿਆਲ ਦੇ ਵਿੱਚ ਬੁਢਾਪੇ ਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਤੁਹਾਡੇ ਕੋਲ ਰੂਹਾਨੀਅਤ ਆ ਗਈ ਤਾਂ ਤੁਸੀਂ ਬਜ਼ੁਰਗ ਹੋ ਗਏ। ਜੇ ਤੁਹਾਡੇ ਅੰਦਰ ਰੂਹਾਨੀਅਤ ਨਹੀਂ ਆਈ ਤਾਂ ਅਜੇ ਤੁਸੀਂ ਬੁੱਢੇ ਤੇ ਹੋਏ ਹੋ, ਪਰ ਅਜੇ ਤੁਸੀਂ ਬਜ਼ੁਰਗੀ ਨੂੰ ਪ੍ਰਾਪਤ ਨਹੀਂ ਕੀਤਾ। ਔਰ ਮੈਂ ਇੱਥੇ ਇਹ ਗੱਲ ਤਾਂ ਕਹਿ ਰਿਹਾ ਹਾਂ ਕਿ ਜਿਹੜੇ ਸਾਡੇ ਬੁੱਢੇ ਆ ਨਾ, ਜਿਉਂ-ਜਿਉਂ ਅਸੀਂ ਬੁਢਾਪੇ ਵੱਲ ਵੱਧਦੇ ਜਾਈਏ ਤਿਉਂ-ਤਿਉਂ ਸਾਡੇ ਅੰਦਰ ਬਜ਼ੁਰਗੀ ਦਾ ਮਾਦਾ ਵੀ ਆਉਣਾ ਚਾਹੀਦਾ ਹੈ, ਤਿਉਂ-ਤਿਉਂ ਸਾਡੇ ਅੰਦਰ ਨਿਮਰਤਾ ਆਉਣੀ ਚਾਹੀਦੀ ਹੈ। ਮਤਲਬ ਕਿ ਇਹ ਨਹੀਂ ਕਿ ਕਿਸੇ ਨੇ ਸਾਨੂੰ ਕੋਈ ਗੱਲ ਕਹਿ ਦਿੱਤੀ ਅਤੇ ਅਸੀਂ ਉਸ ਗੱਲ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ। ਹਾਂ, ਜਵਾਨਾਂ ਨੂੰ ਵੀ ਸਮਝਣਾ ਚਾਹੀਦਾ ਹੈ, ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਜਦ ਇੱਕ ਬੰਦੇ ਨੂੰ ਕੁਛ ਬਿਮਾਰੀਆਂ ਨੇ ਗ੍ਰਸਿਆ ਹੋਵੇ, ਇੱਕ ਬੰਦਾ ਜਦ ਘਰ ਤੱਕ ਹੀ ਬੈਠਾ ਰਹਿ ਗਿਆ ਹੋਵੇ, ਇੱਕ ਬੰਦਾ ਜਦ ਉਹਦੇ ਸਾਰੇ ਸੰਗੀ ਸਾਥੀ ਇੱਥੋਂ ਤੁਰ ਗਏ ਹੋਣ, ਰੱਬ ਨੂੰ ਪਿਆਰੇ ਹੋ ਗਏ ਹੋਣ, ਇੱਕ ਬੰਦਾ ਜਿਸ ਨੂੰ ਇਹ ਪਤਾ ਨਾ ਹੋਵੇ ਕਿ ਮੈਂ ਕਦ ਤੱਕ ਜਿਹੜਾ ਹੈ ਉਹ ਰਹਿਣਾ ਹੈ, ਕਦ ਤੱਕ ਇਹ ਜ਼ਿੰਦਗੀ ਵੇਖਣੀ ਹੈ, ਇੱਕ ਬੰਦਾ ਜਿਸ ਨੇ ਜਿਹੜੇ ਪੁੱਤਾਂ ਨੂੰ ਆਪਣੀ ਗੋਦ ਵਿੱਚ ਖਿਡਾਇਆ ਹੋਵੇ, ਹੁਣ ਉਹ ਪੋਤੀ ਉਹਦੇ ਨਾਲ ਕਈ ਕਈ ਦਿਨ ਇੱਕੇ ਛੱਤ ਦੇ ਥੱਲੇ ਰਹਿੰਦਿਆਂ ਗੱਲ ਹੀ ਨਾ ਕਰਨ, ਅਤੇ ਉਹਦਾ ਯਾਰ ਚਿੜਚਿੜਾ ਹੋਣਾ, ਉਹਨੂੰ ਗੁੱਸਾ ਆਉਣਾ, ਉਹਦਾ ਪਰੇਸ਼ਾਨ ਹੋਣਾ, ਕੀ ਇਹ ਸੁਭਾਵਿਕ ਨਹੀਂ ਹੈ? ਕੀ ਇਹ ਇਸ ਕਰਕੇ ਨਹੀਂ ਹੈ ਕਿ ਉਹਦੇ ਨਾਲ ਕੋਈ ਗੱਲ ਹੀ ਨਹੀਂ ਕਰਦਾ? ਔਰ ਤੁਹਾਨੂੰ ਪਤਾ ਹੈ
ਬਜ਼ੁਰਗ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਕਦੋਂ ਮਹਿਸੂਸ ਹੁੰਦੀ ਹੈ? ਬਜ਼ੁਰਗ ਨੂੰ ਸਭ ਤੋਂ ਜ਼ਿਆਦਾ ਖੁਸ਼ੀ ਤਾਂ ਮਹਿਸੂਸ ਨਹੀਂ ਹੁੰਦੀ ਕਿ ਤੁਸੀਂ ਉਹਨੂੰ ਬਹੁਤ ਸੋਹਣੇ ਕੱਪੜੇ ਲਿਆ ਕੇ ਦੇ ਦਿੱਤੇ ਹੈ, ਤੁਸੀਂ ਉਹਨੂੰ ਮੋਬਾਈਲ ਫੋਨ ਦੇ ਦਿੱਤਾ ਹੈ, ਤੁਸੀਂ ਉਹਨੂੰ ਟੀਵੀ ਦੇ ਦਿੱਤਾ ਹੈ, ਤੁਸੀਂ ਉਹਦੇ ਜਿਹੜਾ ਉਹ ਬੈੱਡ 'ਤੇ ਵਧੀਆ ਬੈੱਡ ਸ਼ੀਟ ਵਿਛਾ ਦਿੱਤੀ ਹੈ। ਇਹਦੇ ਨਾਲ ਬਜ਼ੁਰਗ ਨੂੰ ਖੁਸ਼ੀ ਮਹਿਸੂਸ ਨਹੀਂ ਹੁੰਦੀ ਮਿੱਤਰੋ। ਬਜ਼ੁਰਗ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਤੁਸੀਂ ਉਹਦੇ ਨਾਲ ਬੈਠ ਕੇ ਗੱਲਾਂ ਕਰਦੇ ਹੋ, ਜਦੋਂ ਸਾਰਾ ਟੱਬਰ ਇੱਕ ਜਗ੍ਹਾ ਬੈਠ ਕੇ ਹੱਸਦਾ ਹੈ, ਖੇਡਦਾ ਹੈ, ਉਹਦੇ ਵਿੱਚ ਬਜ਼ੁਰਗ ਵੀ ਹੱਸਦਾ ਹੈ। ਅਤੇ ਬਜ਼ੁਰਗ ਤੋਂ ਜਦੋਂ ਅਸੀਂ ਆਪਣੀ ਪ੍ਰਾਪਤੀਆਂ ਦੀ ਉਹਨੂੰ ਕਹਾਣੀ ਸੁਣਾਉਂਦੇ ਹਾਂ ਅਤੇ ਬਜ਼ੁਰਗ ਹੈ ਜਿਹੜਾ ਉਹ ਸਾਨੂੰ ਆਪਣੀ ਜ਼ਿੰਦਗੀ ਦੇ ਤਜਰਬੇ ਦੱਸਦਾ ਹੈ। ਜਦੋਂ ਬਜ਼ੁਰਗ ਸਾਡੇ ਨਾਲ ਖੁੱਲ੍ਹ ਕੇ ਦਿਲ ਖੋਲ੍ਹ ਕੇ ਗੱਲਾਂ ਕਰਦਾ ਆ ਅਤੇ ਉਦੋਂ ਬਜ਼ੁਰਗਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ। ਔਰ ਮੈਂ ਫਿਰ ਇੱਥੇ ਬਾਰ-ਬਾਰ ਇੱਕ ਗੱਲ ਕਹਿੰਦਾ, ਜੇ ਤੁਸੀਂ ਬਜ਼ੁਰਗਾਂ ਨੂੰ ਖੁਸ਼ ਕਰ ਲਿਆ ਤਾਂ ਤੁਹਾਨੂੰ ਕਿਸੇ ਵੀ ਰੱਬ ਨੂੰ ਖੁਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਰੱਬ ਸਾਡੇ ਬਜ਼ੁਰਗਾਂ 'ਚ ਹੈ। ਤਾਂ ਹੀ ਤਾਂ ਕਿਹਾ ਜਾਂਦਾ ਹੈ ਰੱਬ ਵਰਗੇ ਮਾਪੇ। ਇਹ ਮਾਪੇ ਹੀ ਅਸਲ ਦੇ ਵਿੱਚ ਰੱਬ ਹੈ, ਜਿਹੜੇ ਸਾਨੂੰ ਇਸ ਸੰਸਾਰ 'ਤੇ ਲੈ ਕੇ ਆਏ। ਔਰ ਸੰਸਾਰ 'ਤੇ ਲਿਆਂਦਾ ਹੀ ਨਹੀਂ, ਸੰਸਾਰ 'ਤੇ ਲਿਆਉਣ ਤੋਂ ਬਾਅਦ ਸਾਡੀ ਪਾਲਣਾ ਪੋਸ਼ਣਾ ਵੀ ਉਹਨਾਂ ਨੇ ਹੀ ਕੀਤੀ ਹੈ। ਦੂਜਾ ਰੱਬ ਜੇ ਕਿਸੇ ਨੇ ਦੇਖਿਆ ਤੇ ਹੱਥ ਖੜਾ ਕਰਕੇ ਦੱਸ ਦੇਵੇ ਕਿ ਮੈਂ ਦੇਖਿਆ, ਪਰ ਇਹ ਉਹ ਰੱਬ ਹੈ ਜਿਨ੍ਹਾਂ ਦੀ ਗੋਦ ਦੇ ਵਿੱਚ ਅਸੀਂ ਪਲੇ ਪੜੇ ਅਤੇ ਵੱਡੇ ਹੋਏ ਹੁੰਦੇ ਹਾਂ। ਔਰ ਅੱਜ ਉਹੀ ਜਿਹੜੇ ਬਜ਼ੁਰਗ ਨੇ ਉਹ ਕਈ ਵਾਰ ਘਰ ਦੇ ਵਿੱਚ ਰਹਿੰਦਿਆਂ ਬਹੁਤ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਮਾਧਾਨ ਚਾਹੁੰਦੇ ਆ। ਉਹਨਾਂ ਨੂੰ ਕਈ ਵਾਰ ਘਰ ਦੇ ਵਿੱਚ ਸਿਰਫ 2 ਟਾਈਮ ਦੀ ਰੋਟੀ ਮਿਲਦੀ ਹੈ, ਉਹਨਾਂ ਨੂੰ ਬਿਲਕੁਲ ਘਰ ਦੇ ਵਿੱਚ ਅਣਗੌਲੇ ਕਰ ਦਿੱਤਾ ਜਾਂਦਾ ਹੈ। ਉਹਨਾਂ ਨੂੰ ਇਸ ਤਰ੍ਹਾਂ ਕਰ ਦਿੱਤਾ ਜਾਂਦਾ ਹੈ ਕਿ ਹੁਣ ਤੁਹਾਡੀ ਕੋਈ ਜ਼ਰੂਰਤ ਨਹੀਂ। ਕਈ ਜਗ੍ਹਾ 'ਤੇ ਤਾਂ ਬਜ਼ੁਰਗਾਂ ਦੀ ਸੇਵਾ ਸੰਭਾਲ ਤੋਂ ਵੀ ਕੰਨੀ ਕਤਰਾਉਂਦਿਆਂ ਹੋਇਆਂ ਲੋਕ ਉਹਨਾਂ ਨੂੰ ਜਾ ਕੇ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਆਉਂਦੇ ਆ। ਕਿ ਇਦੋਂ ਵੱਡੀ ਕੋਈ ਸ਼ਰਮ ਦੀ ਗੱਲ ਹੋ ਸਕਦੀ ਹੈ ਕਿ ਉਹ ਮਾਂ-ਬਾਪ ਨੂੰ ਤੁਸੀਂ ਬਿਰਧ ਆਸ਼ਰਮਾਂ 'ਚ ਛੱਡ ਦਿਓ, ਜਿਹੜੇ ਮਾਂ-ਬਾਪ ਨੇ ਸਾਨੂੰ ਪਾਲਿਆ ਸੰਭਾਲਿਆ ਅਤੇ ਵੱਡਾ ਕੀਤਾ। ਕਈ ਜਗ੍ਹਾ 'ਤੇ ਅਸੀਂ ਦੇਖਦੇ ਹਾਂ ਕਿ ਲੋਕ ਆਪਣੇ ਬੱਚਿਆਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਵਾਸਤੇ ਆਪਣੀ ਵਿੱਤ ਤੋਂ ਜ਼ਿਆਦਾ ਖਰਚਾ ਕਰ ਦਿੰਦੇ ਆ, ਪਰ ਮਾਂ ਪਿਓ ਜੇ ਕਿਤੇ ਦਰਦ ਦੀ, ਕਿਸੇ BP ਦੀ, ਸ਼ੂਗਰ ਦੀ ਦਵਾਈ ਵੀ ਮੰਗਦੇ ਰਹਿਣ ਤੇ ਉਹਨਾਂ ਨੂੰ ਇਗਨੋਰ ਕਰਦੇ ਰਹਿੰਦੇ ਆ। ਇਦੋਂ ਵੱਡੀ ਸ਼ਰਮ ਦੀ ਗੱਲ ਹੋਰ ਕੀ ਹੋ ਸਕਦੀ ਹੈ। ਔਰ ਇਹੋ ਜਿਹੇ ਲੋਕਾਂ ਤੋਂ ਵੱਡਾ ਪਾਪੀ ਇਸ ਦੁਨੀਆ 'ਤੇ ਹੋਰ ਕੋਈ ਲੱਭਣਾ ਬੜਾ ਮੁਸ਼ਕਲ ਹੈ, ਕਿਉਂਕਿ ਬਜ਼ੁਰਗ ਹੈ ਜਿਹੜੇ ਇਹ ਸਾਡੇ ਵਾਸਤੇ ਸਭ ਤੋਂ ਵੱਧ ਅਹਿਮੀਅਤ ਰੱਖਣ ਵਾਲੇ ਨੇ। ਔਰ ਮੈਂ ਇੱਥੇ ਗੱਲ ਕਰ ਰਿਹਾ ਸੀ ਕਿ ਬਜ਼ੁਰਗੀ ਦੀ, ਅਤੇ ਬਜ਼ੁਰਗਾਂ ਨੂੰ ਵੀ ਕੁਝ ਚੀਜ਼ਾਂ ਸਮਝਣੀਆਂ ਪੈਣਗੀਆਂ। ਪਹਿਲੀ ਗੱਲ ਤਾਂ ਇਹ ਕਿ ਬਜ਼ੁਰਗਾਂ ਨੂੰ ਹੁਣ ਇਹ ਚੀਜ਼ ਚੰਗੀ ਤਰ੍ਹਾਂ ਸਮਝਣੀ ਪਵੇਗੀ ਕਿ ਆਪਣੀ ਸਿਹਤ ਦਾ ਆਪ ਖਿਆਲ ਰੱਖਣ, ਕਿਉਂਕਿ ਸਿਹਤ ਹੈ ਜਿਹੜੀ ਦਿਨੋਂ ਦਿਨ ਕਮਜ਼ੋਰ ਹੋਣੀ ਹੈ। ਪਰ ਉਹਦੇ ਵਿੱਚ ਜੇ ਤੁਸੀਂ ਆਪਣੇ ਆਪ ਨੂੰ ਖੁਦ ਬਜ਼ੁਰਗ ਮੰਨ ਲਿਆ, ਆਪ ਹੌਸਲਾ ਢਾਹ ਬੈਠੇ, ਤਾਂ ਇਹ ਜਿਹੜੀ ਸਿਚੁਏਸ਼ਨਸ ਨੇ ਉਹ ਜ਼ਿਆਦਾ ਖਰਾਬ ਹੋਣਗੀਆਂ। ਪਰ ਜੇ ਤੁਸੀਂ ਆਪਣੇ ਖਾਣ ਪੀਣ 'ਤੇ, ਆਪਣੇ ਬੋਲਣ 'ਤੇ, ਆਪਣੇ ਤੁਸੀਂ ਹੋਰ ਜਿਹੜੀਆਂ ਖਵਾਇਸ਼ਾਂ ਨੇ ਉਹਨਾਂ 'ਤੇ ਕੰਟਰੋਲ ਕਰ ਲਿਆ ਤਾਂ ਤੁਹਾਡੀ ਜ਼ਿੰਦਗੀ ਵਧੀਆ ਹੋਣੀ ਹੈ। ਦੂਸਰੀ ਗੱਲ ਇਹ ਹੈ ਕਿ ਬਜ਼ੁਰਗਾਂ ਨੂੰ ਜਦੋਂ ਹੈ ਉਹ ਬੱਚਿਆਂ ਦੇ ਕੰਮਾਂ ਦੇ ਵਿੱਚ ਇੰਟਰਫੀਰੈਂਸ ਵੀ ਘਟਾ ਦੇਣੀ ਚਾਹੀਦੀ ਹੈ। ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡਾ ਜੋ ਸਮਾਂ ਸੀਗਾ ਅਸੀਂ ਆਪਣਾ ਜਿਸ ਤਰ੍ਹਾਂ ਦਾ ਕਰਨਾ ਸੀ ਉਹ ਕਰ ਲਿਆ, ਜੋ ਕੁਛ ਅਸੀਂ ਜ਼ਿੰਦਗੀ ਦੇ ਵਿੱਚ ਬਣਾਉਣਾ ਸੀ ਬਣਾ ਲਿਆ, ਜੋ ਕੁਛ ਕਰਨਾ ਸੀ। ਹੁਣ ਸਾਡਾ ਸਮਾਂ ਜਿਹੜਾ ਉਹ ਬਿਲਕੁਲ ਸ਼ਾਂਤ ਹੋ ਕੇ ਰਹਿੰਦਾ ਹੈ, ਆਪਣੇ ਪਰਿਵਾਰ ਦੇ ਨਾਲ ਸਮਾਂ ਬਿਤਾਉਣ ਦਾ ਹੈ। ਹਾਂ, ਆਪਣੇ ਤਜਰਬੇ ਦੇ ਵਿੱਚੋਂ ਕੁਝ ਗੱਲਾਂ ਸਾਂਝੀਆਂ ਕਰਨੀਆਂ ਇਹ ਜ਼ਰੂਰ ਚਾਹੀਦੀਆਂ। ਇੱਕ ਗੱਲ ਬਜ਼ੁਰਗਾਂ ਵਿੱਚ ਵੀ ਅਤੇ ਬੱਚਿਆਂ ਦੇ ਵਿੱਚ ਵੀ ਬੜੀ ਬੁਰੀ ਹੁੰਦੀ ਹੈ। ਉਹ ਗੱਲ ਇਹ ਕਿ ਕਈ ਵਾਰ ਬਜ਼ੁਰਗ ਦੂਸਰੇ ਘਰਾਂ ਦੇ ਬੱਚਿਆਂ ਨੂੰ ਸਲਾਉਂਦੇ ਆ ਅਤੇ ਆਪਣੇ ਬੱਚਿਆਂ ਨੂੰ ਨਿੰਦਦੇ ਆ। ਇਹ ਤਾਂ ਕੁਛ ਨਹੀਂ ਕਰ ਪਾਏ, ਇਹਨਾਂ ਨੇ ਤਾਂ ਜ਼ਿੰਦਗੀ 'ਚ ਕੁਛ ਜ਼ਿਆਦਾ ਨਹੀਂ ਕੀਤਾ, ਇਹ ਤਾਂ ਇੱਥੇ ਰਹਿ ਗਏ, ਇਹ ਤਾਂ ਨਿਕੰਮੇ ਰਹਿ ਗਏ, ਇਹ ਤਾਂ ਉਹ ਹੋ ਗਿਆ, ਇਹ ਤਾਂ ਇਹ ਹੋ ਗਿਆ। ਇਸ ਤਰ੍ਹਾਂ ਦੀਆਂ ਗੱਲਾਂ ਵੀ ਬਜ਼ੁਰਗ ਕਰਦੇ ਨੇ। ਅਤੇ ਬੱਚੇ ਵੀ ਬਜ਼ੁਰਗਾਂ ਨੂੰ ਸ਼ਰਮਸ਼ਾਰ ਕਰਨ ਲਈ ਇਹੀ ਗੱਲ ਕਹਿੰਦੇ ਨੇ, ਤੁਸੀਂ ਸਾਡੇ ਲਈ ਕੀ ਕੀਤਾ, ਤੁਸੀਂ ਤਾਂ ਨਿਕੰਮੇ ਰਹੇ, ਤੁਹਾਡੇ ਕਰਕੇ ਹੀ ਅਸੀਂ ਜਿਹੜਾ ਅੱਜ ਗਰੀਬ ਹਾਂ। ਇਸ ਤਰ੍ਹਾਂ ਦੀਆਂ ਚੀਜ਼ਾਂ ਬੱਚੇ ਵੀ ਕਰਦੇ ਆ।
ਇਹ ਚੀਜ਼ਾਂ ਦੋਨਾਂ ਪਾਸਿਆਂ ਤੋਂ ਹੀ ਬਹੁਤ ਬੁਰੀਆਂ ਹੁੰਦੀਆਂ ਹੈ, ਕਿਉਂਕਿ ਇਹ ਬੱਚਿਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਜੇ ਉਹਨਾਂ ਨੇ ਸਾਡੇ ਲਈ ਕੁਛ ਨਹੀਂ ਕੀਤਾ ਤੇ ਅਸੀਂ ਹੁਣ ਤੱਕ ਕਿਹੜੇ ਮਾਰ ਕੇ ਮਾਰ ਲਏ ਆ। ਅਸੀਂ ਵੀ ਤੇ ਉੱਥੇ ਹੀ ਖੜੇ ਹਾਂ, ਔਰ ਅੱਜ ਹੋ ਸਕਦਾ ਹੈ ਕਿ ਬਹੁਤਾਤ ਗਿਣਤੀ ਦੇ ਵਿੱਚ ਬੱਚੇ ਹੈ ਜਿਹੜੇ ਉਹ ਬਜ਼ੁਰਗਾਂ ਤੋਂ ਬਣਾਏ ਘਰਾਂ ਦੇ ਵਿੱਚ ਹੀ ਰਹਿ ਰਹੇ ਹੋਣਗੇ, ਕਿਉਂਕਿ ਕਈਆਂ ਨੇ ਅਜੇ ਤੱਕ ਉਹੀ ਘਰ ਵਰਤਦੇ ਹੋਣਗੇ, ਕਈ ਉਹੀ ਦੁਕਾਨਾਂ ਵਰਤ ਰਹੇ ਹੋਣਗੇ ਜਿਹੜੀ ਦੁਕਾਨ ਵਿੱਚ ਕਦੇ ਉਹਨਾਂ ਦਾ ਬਾਪ ਬੈਠਦਾ ਸੀ ਤੇ ਅੱਜ ਉਹ ਬੈਠਣ ਲੱਗ ਗਏ। ਔਰ ਬਜ਼ੁਰਗਾਂ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ। ਦੂਸਰੀ ਗੱਲ ਇਹ ਹੈ, ਇੱਕ ਹੋਰ ਚੀਜ਼ ਘਰ ਨੂੰ ਸਵਰਗ ਬਣਾ ਸਕਦੀ ਹੈ। ਉਹ ਗੱਲ ਇਹ ਅਸਲ ਵਿੱਚ ਕੀ ਹੁੰਦਾ ਹੈ ਕਿ ਬਜ਼ੁਰਗਾਂ ਦਾ ਕਈ ਵਾਰ ਆਪਣੀਆਂ ਧੀਆਂ ਦੇ ਨਾਲ ਤੇ ਬਹੁਤ ਗਹਿਰਾ ਪਿਆਰ ਹੁੰਦਾ ਹੈ। ਧੀ ਨੂੰ ਤੇ ਉਹ ਬਾਰ-ਬਾਰ ਫੋਨ ਕਰਕੇ ਪੁੱਛਦੇ ਆ, ਧੀ ਦੇ ਨਾਲ ਤੇ ਗੱਲ ਕਰਦੇ ਆ, ਪਰ ਨੂੰਹ ਦੀਆਂ ਹਮੇਸ਼ਾ ਹੀ ਬਖਤੋਈਆਂ ਕਰਦੇ ਰਹਿੰਦੇ ਆ। ਨੂੰਹ ਨੂੰ ਜਿਹੜਾ ਹੈ ਬਜ਼ੁਰਗ ਹਮੇਸ਼ਾ ਹੀ ਕਈ ਵਾਰ ਜਿਹੜਾ ਉਹ ਨੀਚਾ ਵਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਇਹ ਵੀ ਇੱਕ ਬੜੀ ਵੱਡੀ ਗੜਬੜ ਵਾਲੀ ਗੱਲ ਹੈ। ਔਰ ਯਾਦ ਰੱਖੋ ਕਿ ਬਜ਼ੁਰਗਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਹੁਣ ਅਸਲ ਧੀ ਉਹ ਹੈ ਜਿਹੜੀ ਸਾਡੇ ਕੋਲ ਰਹਿ ਰਹੀ ਹੈ, ਜਿਹੜੀ ਸਾਡੀ ਦੇਖਭਾਲ ਕਰ ਰਹੀ ਹੈ, ਇਹੀ ਸਾਡੀ ਅਸਲ ਧੀ ਹੈ। ਦੂਸਰੀ ਧੀ ਸਾਡੀ ਸੀ, ਪਰ ਹੁਣ ਉਹ ਦੂਸਰੇ ਘਰ ਦੀ ਧੀ ਬਣ ਚੁੱਕੀ ਹੈ। ਹੁਣ ਉਹ ਧੀ ਅਸੀਂ ਹੈ ਜਿਹੜੀ ਆਪਣੇ ਕੁੜਮ ਕੁੜਮਣੀ ਨੂੰ ਸੌਂਪ ਚੁੱਕੇ ਹਾਂ। ਹੁਣ ਉਹਦੀ ਜ਼ਿੰਮੇਵਾਰੀ ਉਹਨਾਂ ਨੂੰ ਸੰਭਾਲਣ ਦੀ ਹੈ। ਔਰ ਜਿਹੜਾ ਆਪਣਾ ਦੁੱਖ ਤਕਲੀਫ ਪਰੇਸ਼ਾਨੀਆਂ ਬਜ਼ੁਰਗਾਂ ਨੂੰ ਆਪਣੀ ਨੂੰਹ ਨੂੰ ਦੱਸਣੀ ਚਾਹੀਦੀ ਹੈ, ਨਾ ਕਿ ਧੀ ਨੂੰ। ਔਰ ਨੂੰਹ ਨੂੰ ਵੀ ਇਹ ਗੱਲ ਚੰਗੀ ਤਰ੍ਹਾਂ ਸੋਚ ਲੈਣੀ ਚਾਹੀਦੀ ਹੈ ਕਿ ਹੁਣ ਮੇਰੇ ਅਸਲ ਮਾਂ-ਬਾਪ ਇਹੀ ਬਜ਼ੁਰਗ ਨੇ। ਉਹ ਜਿਹੜੇ ਮਾਂ-ਬਾਪ ਸੀ ਉਹਨਾਂ ਦੇ ਵਾਸਤੇ ਉਸ ਘਰ ਦੇ ਵਿੱਚ ਮੇਰੀ ਜਿਹੜੀ ਹੈ ਉਹ ਭਰਜਾਈ ਆ ਗਈ ਹੋਈ ਹੈ, ਔਰ ਉਹ ਉਹਨਾਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਉਸ ਦੀ ਹੈ। ਮੇਰੀ ਜ਼ਿੰਮੇਵਾਰੀ ਹੁਣ ਇਸ ਘਰ ਦੀ ਹੈ, ਔਰ ਉਸ ਨੂੰ ਦੋਨਾਂ 'ਚ ਬੈਲੈਂਸ ਲੈ ਕੇ ਚੱਲਣਾ ਪਵੇਗਾ। ਔਰ ਯਾਦ ਰੱਖੋ ਕਿ ਇੱਕ ਸਮਾਂ ਵੀ ਜੇ ਤੁਸੀਂ ਘਰ ਦੇ ਵਿੱਚ 4 ਲੋਕਾਂ ਨੇ ਬੈਠ ਕੇ ਬਿਨਾਂ ਨੋਕ ਝੋਕ, ਬਿਨਾਂ ਕਿਸੇ ਮਤਲਬ ਕਿ ਤਰ੍ਹਾਂ ਦੇ ਤਕਰਾਰ ਤੋਂ ਬਿਨਾਂ ਬੈਠ ਕੇ ਰੋਟੀ ਖਾ ਲਈ ਤੇ ਅੱਧਾ ਪੌਣਾ ਘੰਟਾ ਉਸ ਟਾਈਮ 'ਤੇ ਬਜ਼ੁਰਗਾਂ ਦੇ ਨਾਲ ਗੱਪ-ਸ਼ੱਪ ਮਾਰ ਲਈ ਨਾ, ਤੇ ਸਮਝ ਲਓ ਤੁਸੀਂ ਉਹ ਭਗਤੀ ਕਰ ਲਈ ਜਿਹੜੀ ਭਗਤੀ ਦਾ ਫਲ ਤੁਹਾਨੂੰ ਕਈ ਯੁਗਾਂ ਤੱਕ ਮਿਲੇਗਾ। ਔਰ ਇਹਦਾ ਸਭ ਤੋਂ ਵੱਡਾ ਫਲ ਇਹ ਮਿਲੇਗਾ ਕਿ ਤੁਹਾਡੇ ਬੱਚਿਆਂ ਨੇ ਦੇਖ ਲਿਆ ਕਿ ਸਾਡੇ ਘਰ ਦੇ ਵਿੱਚ ਮਾਤਾ ਪਿਤਾ ਦਾ ਕਿਹੋ ਜਿਹਾ ਸਤਿਕਾਰ ਤੇ ਕਿਹੋ ਜਿਹਾ ਸਨਮਾਨ ਹੁੰਦਾ ਹੈ। ਪਰ ਜੇ ਤੁਸੀਂ ਆਪਣੇ ਮਾਂ-ਬਾਪ ਨੂੰ ਅਣਗੌਲਿਆਂ ਕੀਤਾ ਹੈ, ਬਜ਼ੁਰਗਾਂ ਨੂੰ ਅਣਗੌਲਿਆਂ ਕੀਤਾ ਹੈ, ਤਾਂ ਤੁਹਾਡੇ ਬੱਚਿਆਂ ਨੇ ਇਹ ਦੇਖ ਲਿਆ ਕਿ ਸਾਡੇ ਘਰ ਦੀ ਪਰੰਪਰਾ ਕੀ ਹੈ। ਬੱਚੇ ਹਮੇਸ਼ਾ ਘਰ ਦੀ ਪਰੰਪਰਾ ਨਿਭਾਉਂਦੇ ਆਏ ਆ, ਨਿਭਾਉਂਦੇ ਰਹਿਣਗੇ, ਤੇ ਉਸ ਪਰੰਪਰਾ ਨੂੰ, ਉਸ ਮਾਹੌਲ ਨੂੰ ਤੁਸੀਂ ਕਿਸ ਤਰ੍ਹਾਂ ਦਾ ਸਿਰਜਣਾ ਹੈ, ਇਹ ਸਾਨੂੰ ਵੇਖਣ ਦੀ ਲੋੜ ਹੈ। ਹਾਂ, ਮੈਂ ਇੱਕ ਗੱਲ ਕਰਦਾ ਸ਼ਾਇਦ ਭਾਈ ਸ਼ਮਸ਼ੇਰ ਸਿੰਘ ਜੀ ਹੋਰਾਂ ਦਾ ਮੈਸੇਜ ਪੜ੍ਹਨ ਲੱਗ ਗਿਆ ਸੀ, ਜਿਸ ਕਾਰਨ ਮੈਂ ਉਸ ਪੁਆਇੰਟ ਤੋਂ ਥੋੜ੍ਹਾ ਜਿਹਾ ਦੂਰ ਚਲਾ ਗਿਆ ਸੀ। ਉਸ ਪੁਆਇੰਟ ਨੂੰ ਮੈਂ ਫੇਰ ਲਵਾਂ। ਪਿੰਡਾਂ ਦੇ ਵਿੱਚ ਗਰੀਬੀ ਹੁੰਦੀ ਹੈ, ਕਈ ਵਾਰ ਗਰੀਬੀ ਦੇ ਕਾਰਨ ਵੀ ਕੁਛ ਲੋਕ ਬਜ਼ੁਰਗਾਂ ਦੀਆਂ ਸਿਹਤ ਸਹੂਲਤਾਂ ਤੇ ਜ਼ਰੂਰਤਾਂ ਵੱਲ ਧਿਆਨ ਨਹੀਂ ਦੇ ਸਕਦੇ। ਕਈ ਵਾਰ ਇਹ ਹੁੰਦਾ ਹੈ ਕਿ ਪਿੰਡਾਂ ਦੇ ਵਿੱਚ ਜਿਹੜਾ ਬਜ਼ੁਰਗਾਂ ਨੂੰ ਇਕੱਲਤਾ ਮਾਰਦੀ ਹੈ, ਔਰ ਉਹ ਇਕੱਲਤਾ ਪਿੰਡਾਂ ਦੇ ਵਿੱਚ ਹੀ ਨਹੀਂ, ਸ਼ਹਿਰਾਂ ਦੇ ਵਿੱਚ ਤੇ ਉਸ ਤੋਂ ਵੀ ਜ਼ਿਆਦਾ ਵੱਡੀ ਇਕੱਲਤਾ ਹੁੰਦੀ ਹੈ। ਕਿਉਂਕਿ ਸ਼ਹਿਰ ਦੇ ਵਿੱਚ ਕਈ ਵਾਰ ਇਹੋ ਜਿਹਾ ਸਿਸਟਮ ਹੁੰਦਾ ਹੈ ਕਿ ਨਾਲ ਦੀ ਗਲੀ ਦੇ ਵਿੱਚ ਕਿਹਦਾ ਘਰ ਹੈ, ਕੌਣ ਰਹਿੰਦਾ, ਸਾਨੂੰ ਇਹੋ ਹੀ ਪਤਾ ਨਹੀਂ ਹੁੰਦਾ। ਔਰ ਇਸ ਦੇ ਵਾਸਤੇ ਕਿਉਂ ਨਹੀਂ ਗੁਰਦੁਆਰਿਆਂ ਵਾਲੇ ਇੱਕ ਕੰਮ ਕਰਦੇ, ਗੁਰਦੁਆਰਿਆਂ 'ਚ ਬਹੁਤ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਉਣੀਆਂ ਬੰਦ ਕਰਕੇ ਇੱਕ ਬਜ਼ੁਰਗਾਂ ਦੇ ਵਾਸਤੇ ਅਜਿਹੀ ਥਾਂ ਬਣਾਈ ਜਾਏ ਜਿੱਥੇ ਘੱਟੋ ਘੱਟ 20, 25, 30 ਬੈੱਡ ਲਗਾਏ ਜਾਣ। ਬਜ਼ੁਰਗਾਂ ਲਈ ਖਾਣ ਪਾਣ, ਦਵਾਈ, ਉਹਨਾਂ ਲਈ ਅਖਬਾਰ, ਉਹਨਾਂ ਲਈ ਟੀਵੀ ਦਾ ਪ੍ਰਬੰਧ ਕੀਤਾ ਜਾਏ। ਜਿਹੜਾ ਇੱਕ ਉਹਨਾਂ ਦੇ ਵਾਸਤੇ ਇਹੋ ਜਿਹੀ ਗੱਡੀ, ਚਾਹੇ ਈ ਰਿਕਸ਼ਾ ਵਗੈਰਾ ਹੀ ਰੱਖਿਆ ਜਾਏ, 1-2 ਬੰਦੇ ਰੱਖੇ ਜਾਣ ਉਹਨਾਂ ਲਈ। ਉਹ ਬੰਦੇ ਬਜ਼ੁਰਗ ਜਦੋਂ ਕੋਈ ਆਉਣਾ ਚਾਹੇ ਉਹਨਾਂ ਬੰਦਿਆਂ ਨੂੰ ਕੋਆਰਡੀਨੇਟ ਕਰੇ, ਉਹ ਬੰਦੇ ਬਜ਼ੁਰਗ ਨੂੰ ਉੱਥੇ ਲੈ ਕੇ ਆਉਣ। ਜਦੋਂ ਬਜ਼ੁਰਗ ਘਰ ਜਾਣਾ ਚਾਹੇ ਉਹਨੂੰ ਘਰ ਛੱਡ ਆਉਣ। ਔਰ ਉਹਨਾਂ ਬਜ਼ੁਰਗਾਂ ਨੂੰ ਜੇ ਇੱਥੇ ਗੁਰਦੁਆਰੇ 'ਚ ਵੀ ਉਹ ਸੌਣਾ ਚਾਹੁਣ ਤਾਂ ਉਹਨਾਂ ਲਈ ਅਜਿਹੋ ਜਿਹਾ ਬੰਦੋਬਸਤ ਸੌਣ ਦਾ ਵੀ ਹੋਣਾ ਚਾਹੀਏ, ਉਹਨਾਂ ਦੇ ਵਾਸਤੇ ਅਟੈਂਡੈਂਟ ਵੀ ਹੋਣਾ ਚਾਹੀਏ, ਉਹਨਾਂ ਲਈ ਰੋਟੀ ਤੇ ਦਵਾਈ ਤੇ ਡਾਕਟਰ ਦਾ ਵੀ ਪ੍ਰਬੰਧ ਗੁਰਦੁਆਰੇ ਹੀ ਹੋਣਾ ਚਾਹੀਏ।
ਇਹ ਬਹੁਤ ਜ਼ਰੂਰੀ ਹੈ। ਗੁਰਦੁਆਰੇ ਸਿਰਫ ਜਪਜੀ ਸਾਹਿਬ ਰਹਿ ਰਾਸ ਪੜ੍ਹਨ ਲਈ ਨਹੀਂ ਹਨ। ਰਹਿ ਰਾਸ ਜਪਜੀ ਸਾਹਿਬ ਘਰ 'ਚ ਵੀ ਪੜ੍ਹਿਆ ਜਾ ਸਕਦਾ ਹੈ। ਗੁਰਦੁਆਰੇ ਗੁਰੂ ਸਾਹਿਬਾਂ ਨੇ ਬਣਾਏ ਹੀ ਮਾਨਵਤਾ ਦੀ ਸੇਵਾ ਲਈ ਸਨ, ਤੇ ਮਾਨਵਤਾ ਦੀ ਸੇਵਾ ਦੇ ਵਿੱਚੋਂ ਮਾਤਾ ਪਿਤਾ ਦੀ ਸੇਵਾ ਤੋਂ ਸ੍ਰੇਸ਼ਟ ਹੋਰ ਕੋਈ ਸੇਵਾ ਹੋ ਹੀ ਨਹੀਂ ਸਕਦੀ, ਕਿਉਂਕਿ ਗੁਰਦੁਆਰਿਆਂ ਨੂੰ ਦੋਨਾਂ ਨੂੰ ਹੀ ਸੰਭਾਲਣਾ ਪਵੇਗਾ, ਇੱਕ ਆਪਣੇ ਬਜ਼ੁਰਗਾਂ ਨੂੰ ਤੇ ਦੂਜਾ ਆਪਣੇ ਬੱਚਿਆਂ ਨੂੰ। ਪਰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸ਼ਾਇਦ ਹੀ ਕੋਈ ਗੁਰਦੁਆਰਾ ਐਸਾ ਹੋਵੇਗਾ ਜਿਸ ਨੇ ਇਹ ਇੰਤਜ਼ਾਮ ਕੀਤੇ ਹੋਣ ਕਿ ਉੱਥੋਂ ਬਜ਼ੁਰਗਾਂ ਨੂੰ ਫ੍ਰੀ ਆਫ ਦੀ ਕਾਸਟ ਸਾਰੀ ਦਵਾਈ ਮਿਲੇ, ਫ੍ਰੀ ਆਫ ਦੀ ਕਾਸਟ ਭੋਜਨ ਮਿਲੇ, ਫ੍ਰੀ ਆਫ ਦੀ ਕਾਸਟ ਉਹਨਾਂ ਨੂੰ ਉੱਥੇ ਰਹਿਣ ਦੇ ਵਾਸਤੇ ਬੈੱਡ ਮਿਲੇ, ਫ੍ਰੀ ਆਫ ਦੀ ਕਾਸਟ ਉਹਨਾਂ ਨੂੰ ਆਉਣ ਜਾਣ ਦੇ ਵਾਸਤੇ ਕਨਵੀਨੀਅੰਸ ਮਿਲੇ। ਇਹ ਸਾਰੀਆਂ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਗੁਰਦੁਆਰਿਆਂ ਦੀਆਂ ਬਣਦੀਆਂ, ਗੁਰਦੁਆਰਿਆਂ ਨੂੰ ਨਿਭਾਉਣੀਆਂ ਹੀ ਪੈਣੀਆਂ, ਔਰ ਬਿਨਾਂ ਕਿਸੇ ਭੇਦਭਾਵ ਦੇ, ਕਿਉਂਕਿ ਅਸੀਂ ਇਹ ਮਤ ਭੁੱਲੀਏ ਕਿ ਬਜ਼ੁਰਗ ਨੇ ਜਿਹੜੇ ਸਾਡਾ ਬਹੁਤ ਵੱਡਾ ਸਰਮਾਇਆ ਹੁੰਦੇ ਆ, ਤੇ ਇਹ ਸਰਮਾਇਆ ਕੋਈ ਬਹੁਤ ਲੰਬਾ ਸਮਾਂ ਸਾਡੇ ਕੋਲ ਰਹਿਣ ਵਾਲਾ ਨਹੀਂ ਹੈ। ਜਿਸ ਤਰ੍ਹਾਂ ਇੱਕ ਰੁੱਖ 'ਤੇ ਲੱਗੇ ਪੱਤੇ ਇੱਕ ਇੱਕ ਕਰਕੇ ਝੜਦੇ ਜਾਂਦੇ ਹੁੰਦੇ ਆ, ਤੇ ਇੱਕ ਟਾਈਮ ਪਤਝੜ ਆਉਂਦੀ ਹੈ ਤੇ ਉਹਨਾਂ ਵਿੱਚੋਂ ਇੱਕ ਪੱਤਾ ਵੀ ਨਹੀਂ ਰਹਿੰਦਾ, ਉਹਨਾਂ ਦੀ ਜਗ੍ਹਾ ਨਵੇਂ ਪੱਤੇ ਲੈ ਲੈਂਦੇ ਆ, ਫਿਰ ਉਹ ਨਵੇਂ ਪੱਤੇ ਵੀ ਝੜਨੇ ਸ਼ੁਰੂ ਹੋ ਜਾਂਦੇ ਆ। ਇਸੇ ਤਰ੍ਹਾਂ ਹੀ ਅੱਜ ਉਹ ਬਜ਼ੁਰਗ ਨੇ, ਕੱਲ੍ਹ ਨੂੰ ਅਸੀਂ ਬਜ਼ੁਰਗ ਹੋਣਾ ਹੈ। ਅੱਜ ਨੂੰ ਜਿਸ ਤਰ੍ਹਾਂ ਦੀ ਸੇਵਾ ਸੰਭਾਲ ਤੇ ਸਹੂਲਤਾਂ ਅਸੀਂ ਆਪਣੇ ਬਜ਼ੁਰਗਾਂ ਨੂੰ ਦੇਵਾਂਗੇ, ਉਸੇ ਤਰ੍ਹਾਂ ਦੀਆਂ ਹੀ ਕੱਲ੍ਹ ਨੂੰ ਅਸੀਂ ਆਪਣੀ ਨਵੀਂ ਪੀੜ੍ਹੀ ਤੋਂ ਆਸ ਕਰ ਸਕਦੇ ਹਾਂ। ਤੇ ਮਿੱਤਰੋ, ਮੈਂ ਫੇਰ ਕਹਾਂਗਾ, ਗੁਰਦੁਆਰਿਆਂ ਦੇ ਵਿੱਚ ਸੋਨੇ ਦੀਆਂ ਪਾਲਕੀਆਂ, ਹੋਰ ਇਸ ਤਰ੍ਹਾਂ ਦਾ ਬਹੁਤ ਕੁਛ ਜਿਹੜਾ ਉਹਦੀ ਸ਼ਾਇਦ ਇੰਨੀ ਵੱਡੀ ਲੋੜ ਨਹੀਂ ਹੈ ਜਿੰਨੀ ਵੱਡੀ ਲੋੜ ਗੁਰਦੁਆਰਿਆਂ ਦੇ ਵਿੱਚ ਬਜ਼ੁਰਗਾਂ ਦੇ ਵਾਸਤੇ ਸੁਖਸ਼ਾਲਾ ਬਿਰਧ ਘਰ ਜਾਂ ਕੋਈ ਐਸਾ ਨਾਮ ਰੱਖ ਕੇ ਉਹ ਬਣਾਉਂਦੀ ਹੈ ਜਿੱਥੇ ਉਹ ਬਜ਼ੁਰਗ ਆ ਕੇ ਰਹਿਣ। ਔਰ ਦੂਸਰੀ ਚੀਜ਼ ਇਹ ਹੈ, ਬਜ਼ੁਰਗਾਂ ਦੇ ਕੋਲ ਬਹੁਤ ਵੱਡਾ ਸਰਮਾਇਆ ਹੁੰਦਾ ਹੈ, ਬਹੁਤ ਜ਼ਿੰਦਗੀ ਦੇ ਵੱਡੇ ਵੱਡੇ ਤਜਰਬੇ ਹੁੰਦੇ ਆ ਜਿਹੜੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕੀਤੇ ਹੁੰਦੇ ਆ। ਉਹਨਾਂ ਤਜਰਬਿਆਂ ਤੋਂ ਵੀ ਅਸੀਂ ਬਹੁਤ ਕੁਝ ਸਿੱਖਣਾ ਹੈ ਔਰ ਉਹਨਾਂ ਨੂੰ ਸਮਝਣਾ ਹੈ, ਤਾਂ ਕਿ ਅਸੀਂ ਬਜ਼ੁਰਗਾਂ ਤੋਂ ਬਹੁਤ ਕੁਝ ਲੈ ਸਕੀਏ। ਕਈ ਮਿੱਤਰ ਕਹਿੰਦੇ ਆ ਕਿ ਬਜ਼ੁਰਗਾਂ ਦਾ ਜ਼ਿੰਦਗੀ 'ਚ ਕੀ ਸਥਾਨ ਹੈ। ਮੈਂ ਕਹਿੰਦਾ ਹੁੰਦਾ ਹੈ ਕਿ ਬਜ਼ੁਰਗ ਇਸੇ ਤਰ੍ਹਾਂ ਹੀ ਨੇ। ਮੈਂ ਆਪਣੀ ਉਮਰ ਤੋਂ ਗੱਲ ਕਰਦਾ, ਮੇਰੀ ਆਪਣੀ ਉਮਰ ਤੋਂ ਗੱਲ ਕੀਤੀ ਜਾਏ ਤਾਂ ਜੋ ਮੇਰੇ ਮਾਤਾ ਪਿਤਾ ਨੇ, ਉਹ ਸਮਝ ਲਓ ਕਿ ਇੱਕ ਰੁੱਖ ਦੀਆਂ ਜੜ੍ਹਾਂ ਨੇ। ਮੈਂ ਉਸ ਰੁੱਖ ਦਾ ਤਣਾ ਹਾਂ ਤੇ ਮੇਰੇ ਜੋ ਅੱਗੇ ਬੱਚੇ ਨੇ ਉਹ ਉਸ ਰੁੱਖ ਦੀਆਂ ਸ਼ਾਖਾਵਾਂ ਨੇ। ਹੁਣ ਜੇ ਕਿਸੇ ਰੁੱਖ ਦੀਆਂ ਜੜ੍ਹਾਂ ਜਿੰਨੀਆਂ ਜ਼ਿਆਦਾ ਮਜ਼ਬੂਤ ਤੇ ਡੂੰਘੀਆਂ ਹੋਣਗੀਆਂ, ਓਨਾ ਹੀ ਤਣਾ ਤੰਦਰੁਸਤ ਹੋਏਗਾ। ਜਿੰਨਾ ਤਣਾ ਤੰਦਰੁਸਤ ਹੋਏਗਾ, ਓਨਾ ਹੀ ਜਿਹੜਾ ਹੈ ਉੱਪਰ ਉਸ ਦੀਆਂ ਜਿਹੜੀਆਂ ਨੇ ਸ਼ਾਖਾਵਾਂ, ਉਹ ਵੀ ਓਨੀਆਂ ਹੀ ਜ਼ਿਆਦੀਆਂ ਚੰਗੀਆਂ ਤੇ ਵਧੀਆ ਹੋਣਗੀਆਂ। ਤੇ ਬਜ਼ੁਰਗ ਹੈ ਜਿਹੜੇ, ਬਜ਼ੁਰਗ ਸਾਡੀਆਂ ਜੜ੍ਹਾਂ ਨੇ, ਇਹ ਸਾਡਾ ਬੇਸ ਹੈ। ਇਹਨੂੰ ਬਹੁਤ ਮਜ਼ਬੂਤ ਰੱਖਣਾ ਪਵੇਗਾ। ਇਹ ਮਜ਼ਬੂਤ ਬੇਸ ਹੀ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਚੰਗੀ ਜਿਹੜਾ ਹੈ ਉਹ ਸਮਾਜ ਸਿਰਜ ਸਕਦਾ ਹੈ। ਤੇ ਮੈਂ ਫਿਰ ਇੱਥੇ ਇਹੀ ਗੱਲ ਕਹਿਣੀ ਚਾਹਾਂਗਾ ਕਿ ਅੱਜ ਸਾਨੂੰ ਜੋ ਸਭ ਤੋਂ ਵੱਡੀ ਲੋੜ ਹੈ ਉਹ ਆਪਣੇ ਬਜ਼ੁਰਗਾਂ ਨੂੰ ਸੰਭਾਲਣ ਦੀ ਹੈ। ਤੇ ਦੋਸਤੋ, ਇਸ ਵਿਸ਼ੇ 'ਤੇ ਸਾਡੀਆਂ ਵਿਚਾਰਾਂ ਨਿਰੰਤਰ ਚੱਲਦੀਆਂ ਰਹਿਣਗੀਆਂ, ਪਰ ਆਓ ਲੈਂਦੇ ਹਾਂ ਇੱਕ ਛੋਟਾ ਜਿਹਾ ਬ੍ਰੇਕ। ਉਸ ਬ੍ਰੇਕ ਤੋਂ ਬਾਅਦ ਕਰਾਂਗੇ ਫਿਰ ਖੂਬ ਸਾਰੀਆਂ ਗੱਲਾਂ ਰੇਡੀਓ ਖੁਸ਼ੀ 90.4 FM 'ਤੇ। ਬਣੇ ਰਹੋ ਆਪਣੇ ਡਿਵਾਈਨ ਤੇ ਦਿਲਦਾਰ ਆਰਜੇ ਗੁਰਵੇਲ ਸਿੰਘ ਦੇ ਨਾਲ।